ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਦੀ ਗੱਲ ਹੈ, ਆਨੰਦਪੁਰ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਦੀਵਾਨ ਸੱਜਿਆ ਸੀ। ਅਤੇ ਦੀਵਾਨ ਜਦੋਂ ਸੱਜਿਆ, ਸਾਰੀ ਸੰਗਤ ਬੜਾ ਆਨੰਦ ਮਾਣ ਰਹੀ ਸੀ। ਸਾਰੀ ਸੰਗਤ ਨੇ ਬੜਾ ਲਾਹਾ ਲਿਆ। ਸਾਰਾ ਦਿਨ ਦੀਵਾਨ ਸੱਜਿਆ ਰਿਹਾ। ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਮਾਣੀ। ਅਤੇ ਜਿਸ ਵਕਤ ਤਰਕਾਲਾਂ ਪਈਆਂ, ਸ਼ਾਮ ਹੋਈ ਅਤੇ ਕਲਗੀਧਰ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਕਰਕੇ ਅਤੇ ਆਪਣੇ ਆਸਣ 'ਤੇ ਬਿਰਾਜਮਾਨ ਹੋਣ ਵਾਸਤੇ ਚਲੇ ਗਏ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੀ 10-15 ਸਿੰਘ ਜਿਹੜੇ ਆ ਉਹ ਪਹਿਰੇ 'ਤੇ ਰਹਿੰਦੇ ਸੀਗੇ। ਰਾਤ ਨੂੰ ਵੀ ਦਿਨ ਨੂੰ ਵੀ ਹਮੇਸ਼ਾ ਪਹਿਰੇ 'ਤੇ ਖੜ੍ਹੇ ਰਹਿੰਦੇ ਸੀ। ਅਤੇ ਜਿਸ ਵਕਤ ਰਾਤ ਨੂੰ ਕਲਗੀਧਰ ਪਾਤਸ਼ਾਹ ਆਰਾਮ ਕਰ ਰਹੇ ਸੀ ਅਤੇ ਜਿਹੜੇ ਸਿੰਘ ਰਾਤ ਨੂੰ ਪਹਿਰਾ ਦੇ ਰਹੇ ਸੀਗੇ 10-15, ਉਹਨਾਂ ਨੂੰ ਪਤਾ ਲੱਗਾ ਵੀ ਆਨੰਦਪੁਰ ਸਾਹਿਬ ਤੋਂ ਲਾਗੇ ਕਿਸੇ ਪਿੰਡ ਦੇ ਵਿੱਚ ਨਾ ਕਿਸੇ ਮਦਾਰੀ ਨੇ ਕਠਪੁਤਲੀਆਂ ਦਾ ਤਮਾਸ਼ਾ ਵਿਖਾਉਣਾ ਹੈ। ਆਨੰਦਪੁਰ ਸਾਹਿਬ ਤੋਂ ਕੁਝ ਲੋਕ ਵੀ ਜਿਹੜੇ ਸੀ ਉਹ ਮਦਾਰੀ ਦਾ ਤਮਾਸ਼ਾ ਦੇਖਣ ਵਾਸਤੇ ਜਾ ਰਹੇ ਸੀ। ਜਿਹੜੇ 10-15 ਪਹਿਰੇ 'ਤੇ ਸਿੰਘ ਸੀਗੇ, ਉਹਨਾਂ ਦੇ ਵਿੱਚੋਂ ਕੁਝ ਸਿੰਘ ਕਹਿੰਦੇ ਆ ਵੀ ਅਸੀਂ ਵੀ ਚਲੋ ਚੱਲੀਏ ਯਾਰ, ਵੀ ਜਾ ਕੇ ਕਠਪੁਤਲੀਆਂ ਦਾ ਤਮਾਸ਼ਾ ਦੇਖ ਕੇ ਆਈਏ। ਵੀ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਠਣਾ ਹੈਗਾ, ਉਦੋਂ ਤੱਕ ਅਸੀਂ ਮੋੜ ਆਉਣਾ ਤਮਾਸ਼ਾ ਵੇਖ ਕੇ। ਅਤੇ ਕੁਝ ਸਿੰਘ ਕਹਿੰਦੇ ਵੀ ਨਹੀਂ, ਅਸੀਂ ਨਹੀਂ ਜਾਣਾ, ਵੀ ਅਸੀਂ ਤਾਂ ਮਹਾਰਾਜ ਦੇ ਚਰਨਾਂ 'ਚ ਪਹਿਰਾ ਦੇਣਾ। ਅਤੇ ਕੁਝ ਸਿੰਘ ਕਹਿੰਦੇ ਵੀ ਚਲੋ ਠੀਕ ਆ, ਤੁਸੀਂ ਪਹਿਰੇ 'ਤੇ ਰਹੋ ਅਤੇ ਅਸੀਂ ਚੱਲ ਕੇ ਅਤੇ ਤਮਾਸ਼ਾ ਵੇਖ ਆਉਂਦੇ ਹਾਂ ਅਤੇ ਮਹਾਰਾਜ ਦੇ ਉੱਠਣ ਤੋਂ ਪਹਿਲਾਂ ਉੱਥੋਂ ਮੋੜ ਆਵਾਂਗੇ। ਅਤੇ ਇਉਂ ਸਾਰੀ ਵਿਉਂਤ ਬਣਾ ਕੇ ਅਤੇ ਵਿੱਚੋਂ ਉਹਨਾਂ ਸਿੰਘਾਂ ਦੇ ਵਿੱਚੋਂ ਥੋੜ੍ਹੇ ਸਿੰਘ ਜਿਹੜੇ ਸੀ ਉਹ ਲਾਗਲੇ ਪਿੰਡ ਜਿਹੜੇ ਕਠਪੁਤਲੀਆਂ ਦਾ ਤਮਾਸ਼ਾ ਵੇਖਣ ਵਾਸਤੇ ਚਲੇ ਗਏ। ਅਤੇ ਜਿਸ ਵਕਤ ਉਹ ਉੱਥੇ ਤਮਾਸ਼ਾ ਵੇਖਦੇ ਪਏ ਸੀ, ਮਦਾਰੀ ਨੇ ਤਮਾਸ਼ਾ ਚਾਲੂ ਕੀਤਾ ਅਤੇ ਉਹ ਕਠਪੁਤਲੀਆਂ ਨੂੰ ਨਚਾ ਰਿਹਾ ਸੀਗਾ। ਨਾਲ ਉਹ ਤਮਾਸ਼ਾ ਵੇਖਦੇ ਅਤੇ ਨਾਲ ਸੋਚਦੇ ਵੀ ਜੇ ਮਹਾਰਾਜ ਉੱਠ ਗਏ ਅਤੇ ਅਸੀਂ ਕਿਹੜਾ ਮੂੰਹ ਦਿਖਾਵਾਂਗੇ ਸਵੇਰੇ ਜਾ ਕੇ। ਅਤੇ ਮਹਾਰਾਜ ਨੇ ਕਹਿਣਾ ਵੀ ਇਹ ਤਾਂ ਇੰਨੇ ਜ਼ਿਆਦਾ ਵੇਸਲੇ ਹੈਗੇ ਆ, ਇੰਨੇ ਜ਼ਿਆਦਾ ਗਾਫਲ ਹੈਗੇ ਆ ਜਿਹੜੇ ਤਮਾਸ਼ਾ ਵੇਖਣ ਚਲੇ ਗਏ। ਖੈਰ ਜੀ, ਨਾਲ ਉਹ ਤਮਾਸ਼ਾ ਵੇਖਦੇ ਵੀ ਰਹੇ ਆ ਅਤੇ ਨਾਲ ਇਹ ਵੀ ਸੋਚਦੇ ਸੀ ਵੀ ਕਿਤੇ ਮਹਾਰਾਜ ਉੱਠ ਨਾ ਜਾਣ, ਅਤੇ ਜੇ ਉੱਠ ਗਏ ਅਤੇ ਫਿਰ ਕਿਹੜਾ ਮੂੰਹ ਦਿਖਾਵਾਂਗੇ ਮਹਾਰਾਜ ਨੂੰ। ਅਤੇ ਜਿਹੜੇ ਸਿੰਘ ਪਹਿਰਾ ਦੇ ਰਹੇ ਸੀਗੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਨੰਦਪੁਰ ਸਾਹਿਬ, ਉਹਨਾਂ ਦੇ ਕੰਨਾਂ ਦੇ ਵਿੱਚ ਵੀ ਜਦੋਂ ਮਦਾਰੀ ਦੀ ਆਵਾਜ਼ ਪੈਂਦੀ ਸੀ ਦੂਰੋਂ ਤਮਾਸ਼ੇ ਦੀ, ਅਤੇ ਪਰ ਉਹ ਇਹ ਸੋਚਦੇ ਰਹੇ ਸੀਗੇ ਵੀ ਅਸੀਂ ਵੀ ਚਲੇ ਜਾਂਦੇ ਅਤੇ ਅਸੀਂ ਵੀ ਤਮਾਸ਼ਾ ਵੇਖ ਕੇ ਅਤੇ ਉਹਨਾਂ ਦੇ ਨਾਲ ਹੀ ਮੋੜ ਆਉਣਾ ਸੀਗਾ। ਮਹਾਰਾਜ ਦੇ ਜਾਗਣ ਤੋਂ ਪਹਿਲਾਂ ਹੀ ਮੋੜ ਆਉਣਾ ਸੀਗਾ। ਅਤੇ ਇਹਨਾਂ ਕਰਦਿਆਂ ਜਦੋਂ ਰਾਤ ਦਾ ਸਮਾਂ ਸਾਰਾ ਬਤੀਤ ਹੋ ਗਿਆ ਅਤੇ ਜਿਹੜੇ ਸਿੰਘ ਕਠਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਸੀ, ਉਹ ਤਮਾਸ਼ਾ ਵੇਖ ਕੇ ਜਦੋਂ ਵਾਪਸ ਮੁੜ ਕੇ ਆਏ ਅਤੇ ਉਹਨਾਂ ਆ ਕੇ ਉੱਥੋਂ ਦੀ ਸਾਰੀ ਵਿਥਿਆ ਜਿਹੜੀ ਉਹ ਸਾਰੇ ਸਿੰਘਾਂ ਨੂੰ ਸੁਣਾਈ ਵੀ ਯਾਰ ਕਠਪੁਤਲੀਆਂ ਦਾ ਅਸੀਂ ਤਮਾਸ਼ਾ ਵੇਖਿਆ, ਬੜਾ ਮਜ਼ਾ ਆਇਆ, ਪਰ ਚੱਕਰ ਇਹ ਆ ਵੀ ਅਸੀਂ ਸਾਰੀ ਰਾਤ ਡਰਦੇ ਹੀ ਰਹੇ ਵੀ ਕਿਤੇ ਮਹਾਰਾਜ ਜੀ ਉੱਠ ਨਾ ਜਾਣ ਅਤੇ ਜੇ ਮਹਾਰਾਜ ਜਾਗ ਪਏ ਅਤੇ ਅਸੀਂ ਕਿਹੜਾ ਮੂੰਹ ਦਿਖਾਵਾਂਗੇ। ਜਦੋਂ ਉਹਨਾਂ ਦੇਖਿਆ ਵੀ ਇੱਥੇ ਗੈਰ ਹਾਜ਼ਰ ਹੈਗੇ ਸਿੰਘ, ਅਤੇ ਜੇ ਉਹਨਾਂ ਨੂੰ ਪਤਾ ਲੱਗਿਆ ਅਸੀਂ ਤਮਾਸ਼ਾ ਵੇਖਣ ਗਏ ਹਾਂ ਅਤੇ ਸਾਡੇ ਨਾਲ ਬਹੁਤ ਜ਼ਿਆਦਾ ਬੁਰਾ ਹੋਣਾ ਵਾ, ਵੀ ਅਸੀਂ ਮਹਾਰਾਜ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਅਤੇ ਕਹਿੰਦੇ ਭਰਾਵਾ ਸਾਨੂੰ ਇਹੀ ਜਿਹੜੀ ਚਿੰਤਾ ਲੱਗੀ ਰਹੀ ਆ, ਅਤੇ ਚਲੇ ਤੇ ਗਏ। ਅਤੇ ਜਿਹੜੇ ਸਿੰਘ ਪਹਿਰੇ 'ਤੇ ਸੀ ਉਹ ਕਹਿੰਦੇ ਯਾਰ ਤੁਸੀਂ ਵੀ ਮੁੜ ਕੇ ਆ ਹੀ ਗਏ ਜੇ ਮਹਾਰਾਜ ਦੇ ਜਾਗਣ ਤੋਂ ਪਹਿਲਾਂ, ਅਤੇ ਬਿਹਤਰ ਹੁੰਦਾ ਵੀ ਅਸੀਂ ਵੀ ਤੁਹਾਡੇ ਨਾਲ ਚਲੇ ਜਾਂਦੇ ਅਤੇ ਅਸੀਂ ਤਮਾਸ਼ਾ ਵੇਖ ਕੇ ਅਤੇ ਮਹਾਰਾਜ ਦੇ ਜਾਗਣ ਤੋਂ ਪਹਿਲਾਂ ਹੀ ਮੋੜ ਆਉਣਾ ਸੀਗਾ। ਖੈਰ ਜੀ, ਉਹ ਸਾਰੇ ਸਿੰਘ ਇਕੱਠੇ ਹੋਏ ਅਤੇ ਦਿਨ ਚੜ੍ਹਿਆ ਅਤੇ ਦਿਨ ਦੇ ਵੇਲੇ ਜਦੋਂ ਦੀਵਾਨ ਸੱਜਿਆ ਨਾ ਅਤੇ ਕਲਗੀਧਰ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਹਾਜ਼ਰ ਹੋਏ ਅਤੇ ਮਹਾਰਾਜ ਜੀ ਸਿੰਘਾਸਣ 'ਤੇ ਬਿਰਾਜਮਾਨ ਹੋ ਕੇ ਅਤੇ ਰਾਤ ਵਾਲੇ ਸਿੰਘ ਵੀ ਸਾਰੇ ਜਿਹੜੇ ਕਠਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਉਹ ਵੀ, ਅਤੇ ਜਿਹੜੇ ਮਹਾਰਾਜ ਦੇ ਪਹਿਰੇ 'ਤੇ ਰਹੀ ਉਹ ਵੀ ਉੱਥੇ ਹਾਜ਼ਰੀ ਭਰ ਰਹੇ ਸੀ ਮਹਾਰਾਜ ਦੇ ਚਰਨਾਂ ਦੇ ਵਿੱਚ। ਅਤੇ ਸਤਿਗੁਰਾਂ ਨੇ ਉੱਚੀ ਆਵਾਜ਼ ਵਿੱਚ ਕਿਹਾ ਵੀ ਹਾਜ਼ਰ ਗੈਰ ਹਾਜ਼ਰ, ਅਤੇ ਗੈਰ ਹਾਜ਼ਰ ਜਿਹੜੇ ਆ ਹਾਜ਼ਰ ਹੈ। ਮਹਾਰਾਜ ਜੀ ਨੇ ਬਚਨ ਕਿਹਾ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸਤਿਗੁਰਾਂ ਦੇ ਕਹੇ ਹੋਏ ਬਚਨ ਜਿਹੜੇ ਉਹ ਸੰਗਤ ਦੀ ਸਮਝ ਵਿੱਚ ਨਾ ਪਏ ਅਤੇ ਸੰਗਤ ਵਿੱਚੋਂ ਬੇਨਤੀ ਕੀਤੀ ਵੀ ਸਤਿਗੁਰੂ ਜੀ ਇਹਨਾਂ ਰਮਜ ਭਰੇ ਗੋਝ ਬਚਨਾਂ ਪ੍ਰਤੀ ਦੱਸੋ ਆਪ ਜੀ ਕੀ ਕਹਿ ਰਹੇ ਹੋ।
ਤੇ ਅੰਤਰਜਾਮੀ ਸਤਿਗੁਰੂ ਜੀ ਨੇ ਰਾਤ ਵਾਲੇ ਸਿੰਘਾਂ ਦੀ ਸਾਰੀ ਵਿਥਿਆ ਜਿਹੜੀ ਸੰਗਤਾਂ ਨੂੰ ਸੁਣਾ ਦਿੱਤੀ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਰਾਤ ਸਿੱਖ ਕਠਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਸੀਗੇ, ਉਹ ਉੱਥੇ ਸਰੀਰ ਕਰਕੇ ਤੇ ਅੱਖਾਂ ਦੇ ਨਾਲ ਤਮਾਸ਼ਾ ਵੇਖਦੇ ਪਏ ਸੀਗੇ, ਪਰ ਉਹਨਾਂ ਦਾ ਮਨ ਜਿਹੜਾ ਸੀ ਉਹ ਸਾਡੀ ਹਜ਼ੂਰੀ ਦੇ ਵਿੱਚ ਰਿਹਾ। ਦੇਖਦੇ ਉਹ ਸਾਰੀ ਰਾਤ ਕਠਪੁਤਲੀਆਂ ਦਾ ਤਮਾਸ਼ਾ ਰਹੇ ਆ, ਤੇ ਪਰ ਉਹਨਾਂ ਦਾ ਧਿਆਨ ਸਾਡੇ ਹਜ਼ੂਰੀ ਦੇ ਵਿੱਚ ਰਿਹਾ ਏ। ਤੇ ਜਿਹੜੇ ਸਿੱਖ ਸਾਡੇ ਸਰੀਰ ਦਾ ਪਹਿਰਾ ਦੇ ਰਹੇ ਸੀਗੇ, ਸਰੀਰ ਕਰਕੇ ਸਾਡੀ ਹਾਜ਼ਰੀ ਵਿੱਚ ਸੀਗੇ, ਤੇ ਉਹਨਾਂ ਦਾ ਤਮਾਸ਼ੇ ਦੇ ਵਿੱਚ ਮਨ ਲੱਗਾ ਰਿਹਾ ਵੀ ਚਲੇ ਜਾਂਦੇ ਉੱਥੇ ਤੇ ਅਸੀਂ ਤਮਾਸ਼ਾ ਵੇਖ ਲੈਂਦੇ, ਤੇ ਉਹਨਾਂ ਦਾ ਮਨ ਜਿਹੜਾ ਸੀ ਤਮਾਸ਼ੇ ਦੇ ਵਿੱਚ ਹਾਜ਼ਰੀ ਭਰਦਾ ਸੀ। ਤੇ ਗੁਰੂਦਾਰ ਵਿੱਚ ਹਾਜ਼ਰੀ ਨਾਲੋਂ ਹਜ਼ੂਰੀ ਦੀ ਜ਼ਿਆਦਾ ਮਾਨਤਾ ਹੈ, ਕਲਗੀਧਰ ਪਾਤਸ਼ਾਹ ਜੀ ਕਹਿੰਦੇ। ਮਹਾਰਾਜ ਕਹਿੰਦੇ ਵੀ ਅਹਿਮੀਅਤ ਇਹ ਨਹੀਂ ਰੱਖਦਾ ਵੀ ਤੁਹਾਡਾ ਤਨ ਕਿੱਥੇ ਆ, ਮਹਾਰਾਜ ਜੀ ਕਹਿੰਦੇ ਵੀ ਅਹਿਮੀਅਤ ਇਹ ਰੱਖਦਾ ਵੀ ਤੁਹਾਡਾ ਮਨ ਕਿੱਥੇ ਆ। ਮਹਾਰਾਜ ਕਹਿੰਦੇ ਜੇਕਰ ਤੁਸੀਂ ਤਨ ਕਰਕੇ ਸਾਡੇ ਕੋਲ ਹੋਵੋ ਤੇ ਮਨ ਤੁਹਾਡਾ ਕਿਤੇ ਬਾਹਰ ਭੱਜਾ ਫਿਰੇ, ਤੇ ਭਾਈ ਫੇਰ ਜਿਹੜੀ ਆ ਹਾਜ਼ਰੀ ਤੁਹਾਡੀ ਨਹੀਂ ਲੱਗਣੀ ਹੈਗੀ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਇਹ ਸਾਰੇ ਬਚਨ ਸੁਣਾ ਕੇ, ਰਾਤ ਵਾਲੀ ਵਿਥਿਆ ਸੁਣਾ ਕੇ ਤੇ ਸਿੱਖਾਂ ਨੂੰ ਸਮਝਾ ਕੇ, ਤੇ ਕਲਗੀਧਰ ਪਾਤਸ਼ਾਹ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖੀ ਜਿਹੜੀ ਆ ਉਹ ਸਰਵਣ ਕਰਾਈ। ਮਹਾਰਾਜ ਕਹਿੰਦੇ ਭਾਈ ਸਿੱਖੋ, ਗੁਰੂ ਨਾਨਕ ਪਾਤਸ਼ਾਹ ਜੀ ਵੀ ਹਾਜ਼ਰੀ ਨਾਲੋਂ ਹਜ਼ੂਰੀ ਨੂੰ ਜ਼ਿਆਦਾ ਮਾਨਤਾ ਦੇ ਕੇ ਤੇ ਕਾਜੀ ਤੇ ਨਵਾਬ ਨੂੰ ਹਾਜ਼ਰੀ ਨਾਲੋਂ ਹਜ਼ੂਰੀ ਵਿੱਚ ਨਮਾਜ਼ ਅਦਾ ਕਰਨ ਦਾ ਉਪਦੇਸ਼ ਦਿੱਤਾ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਮਹਾਰਾਜ ਕਹਿੰਦੇ ਵੀ ਜਦੋਂ ਕਾਜ਼ੀ ਅਤੇ ਨਵਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਨਮਾਜ਼ ਦੇ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਸੀ, ਤੇ ਆਪ ਨੇ ਉੱਤਰ ਦਿੱਤਾ ਵੀ ਜੇ ਤੁਸੀਂ ਕਹਿੰਦੇ ਤੇ ਠੀਕ ਆ, ਮੈਂ ਤੁਹਾਡੇ ਨਾਲ ਨਮਾਜ਼ ਜਿਹੜੀ ਅਦਾ ਕਰਦਾ ਤੇ ਤੁਹਾਡੇ ਨਾਲ ਜ਼ਰੂਰ ਚੱਲਾਂਗਾ। ਤੇ ਆਪ ਜੀ ਉਹਨਾਂ ਦੇ ਨਾਲ ਮਸਜਿਦ ਦੇ ਵਿੱਚ ਚਲੇ ਗਏ। ਕਾਜ਼ੀ ਨਵਾਬ ਅਤੇ ਹੋਰ ਸਾਰੇ ਕਲਮਾ ਪੜ੍ਹਦੇ ਰਹੇ, ਆਪਣੀ ਸ਼ਰ੍ਹਾ ਰੀਤੀ ਅਨੁਸਾਰ ਊਠਕ ਬੈਠਕ ਕਰਦੇ ਰਹੇ, ਤੇ ਸਤਿਗੁਰੂ ਜੀ ਇੱਕ ਪਾਸੇ ਖੜੇ ਮੁਸਕਰਾਉਂਦੇ ਰਹੇ। ਨਮਾਜ਼ ਪੜ੍ਹਨ ਵਿੱਚ ਸ਼ਾਮਲ ਹੋਏ ਨਹੀਂ, ਤੇ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਹੱਸਦੇ ਰਹੇ। ਜਦੋਂ ਨਮਾਜ਼ ਦੀ ਸਮਾਪਤੀ ਹੋਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਾਜ਼ੀ ਨੇ ਸਵਾਲ ਕੀਤਾ ਵੀ ਮਹਾਰਾਜ ਜੀ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹਨ ਆਏ ਸੀਗੇ, ਤੇ ਪਰ ਤੁਸੀਂ ਨਮਾਜ਼ ਦੇ ਵਿੱਚ ਸ਼ਰੀਕ ਹੀ ਨਹੀਂ ਹੋਏ, ਸਗੋਂ ਸਾਡੇ ਵੱਲ ਵੇਖ ਕੇ ਹੱਸਦੇ ਰਹੇ ਜੇ। ਤੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਜ਼ੀ ਨੂੰ ਉੱਤਰ ਦਿੱਤਾ ਵੀ ਕਾਜ਼ੀ ਸਾਹਿਬ, ਤੁਸੀਂ ਮੈਨੂੰ ਖੁਦਾ ਦੀ ਨਮਾਜ਼ ਵਿੱਚ ਸ਼ਰੀਕ ਹੋਣ ਵਾਸਤੇ ਲਿਆਂਦਾ ਸੀਗਾ, ਨਾ ਕਿ ਘੋੜਿਆਂ ਵਿਸ਼ੇਰਿਆਂ ਦੀ ਨਮਾਜ਼ ਪੜ੍ਹਨ ਵਾਸਤੇ ਲਿਆਏ ਸੀਗੇ। ਸਤਿਗੁਰਾਂ ਨੂੰ ਪੁੱਛਣ ਤੇ ਗੁਰਦੇਵ ਜੀ ਨੇ ਉੱਤਰ ਦਿੱਤਾ ਕਿ ਜਦੋਂ ਤੁਸੀਂ ਆਇਤਾਂ ਤੇ ਕਲਮੇ ਪੜ੍ਹ ਰਹੇ ਸੀਗੇ ਤੇ ਤੁਹਾਡਾ ਧਿਆਨ ਜਿਹੜਾ ਘਰ ਵਿੱਚ ਨਵ ਜੰਮੀ ਵਿਸ਼ੇਰੀ ਦੇ ਮਗਰ ਘੁੰਮ ਰਿਹਾ ਸੀਗਾ। ਬੋਲ ਤੁਸੀਂ ਨਮਾਜ਼ ਦੇ ਪੜ੍ਹ ਰਹੇ ਸੀ, ਪਰ ਸੁਰਤ ਤੁਹਾਡੇ ਪਸ਼ੂਆਂ ਦੇ ਇਰਦ ਗਿਰਦ ਚੱਕਰ ਲਾਉਂਦੀ ਰਹੀ ਹੈ। ਕਾਜ਼ੀ ਦੇ ਦੁਬਾਰਾ ਸਵਾਲ ਕਰਨ ਤੇ ਕਾਜ਼ੀ ਕਹਿੰਦਾ ਵੀ ਜੇ ਮੇਰੀ ਸੁਰਤ ਨਮਾਜ਼ ਵਿੱਚ ਨਹੀਂ ਸੀ ਤੇ ਤੁਸੀਂ ਨਵਾਬ ਸਾਹਿਬ ਨਾਲ ਹੀ ਖੁਦਾ ਦੀ ਨਮਾਜ਼ ਅਦਾ ਕਰ ਲੈਣੀ ਸੀ। ਤੇ ਸਤਿਗੁਰਾਂ ਉੱਤਰ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਨਵਾਬ ਸਾਹਿਬ ਕਿਹੜਾ ਨਮਾਜ਼ ਵਿੱਚ ਹਾਜ਼ਰ ਹੈਗੇ ਸੀਗੇ, ਇਹ ਵੀ ਕਾਬਲ ਵਿੱਚ ਘੋੜਿਆਂ ਦੀ ਖਰੀਦੋ ਫਰੋਖਤ ਕਰਦੇ ਰਹੇ ਨੇ। ਦੋਵਾਂ ਨੇ ਸੱਚ ਨੂੰ ਕਬੂਲਿਆ ਕਿ ਵਾਕਿਆ ਹੀ ਸਾਡੀ ਸੁਰਤ ਜਿਹੜੀ ਆ ਨਮਾਜ਼ ਪੜ੍ਹਨ ਸਮੇਂ ਇੱਥੇ ਹਾਜ਼ਰ ਨਹੀਂ ਸੀ, ਵੀ ਮੇਰਾ ਧਿਆਨ ਜਿਹੜਾ ਵਿਸ਼ੇਰੀ ਵੱਲ ਰਿਹਾ ਏ। ਤੇ ਨਵਾਬ ਕਹਿੰਦਾ ਮੇਰਾ ਧਿਆਨ ਜਿਹੜਾ ਕਾਬਲ ਦੇ ਘੋੜਿਆਂ ਦੇ ਵਿੱਚ ਖਰੀਦੋ ਫਰੋਖਤ ਵਿੱਚ ਲੱਗਾ ਰਿਹਾ ਸੀ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਧਾਂਤ ਬਖਸ਼ਿਸ਼ ਕੀਤਾ ਏ, ਖੁਦਾ ਦੀ ਬੰਦਗੀ ਕਰਨ ਦਾ ਰਸਤਾ ਰੁਸ਼ਨਾਇਆ ਏ ਕਿ ਖੁਦਾ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਉਹੀ ਕੀਤੀ ਹੋਈ ਬੰਦਗੀ ਪ੍ਰਵਾਨ ਹੈ ਜਦੋਂ ਆਪਾਂ ਖੁਦਾ ਦੀ ਇਬਾਦਤ ਕਰਦੇ ਹੋਏ ਜੋ ਮੂੰਹ ਵਿੱਚੋਂ ਪ੍ਰਭੂ ਦੀ ਸਿਫਤ ਸਲਾਹ ਦੇ ਬੋਲ ਬੋਲਦੇ ਹਾਂ, ਜੇ ਸਾਡੀ ਸੁਰਤ ਉਹਨਾਂ ਬੋਲਾਂ ਨੂੰ, ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦਾਂ ਨੂੰ ਧਿਆਨ ਮਗਨ ਹੋ ਕੇ ਸੁਣ ਰਹੀ ਹੈ, ਤਦ ਉਹ ਬੰਦਗੀ ਪ੍ਰਵਾਨ ਹੈ। ਜੇ ਸੁਰਤ ਇਬਾਦਤ ਬੰਦਗੀ ਸਮੇਂ ਕਿਸੇ ਹੋਰ ਪਾਸੇ ਭਟਕਦੀ ਰਹੀ ਹੈ ਤੇ ਐਸੀ ਬੰਦਗੀ ਜਿਹੜੀ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਉਹ ਕੇਵਲ ਤੋਤਾ ਰਟਨ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਫਰਮਾਨ ਹੈ ਵੀ ਜੇ ਧਿਆਨ ਬਾਹਰ ਮੁਖੀ ਹੈ, ਸੁਰਤੀ ਕਿਤੇ ਬਾਹਰ ਭਟਕਦੀ ਹੈ, ਮੂੰਹ ਵਿੱਚੋਂ ਭਾਵੇਂ ਕੋਈ 9 ਵਿਆਕਰਨ, 6 ਸ਼ਾਸਤਰ ਤੇ ਹੋਰ ਧਾਰਮਿਕ ਗ੍ਰੰਥ ਰਟੀ ਜਾਵੇ, ਮਹਾਰਾਜ ਕਹਿੰਦੇ ਇਸ ਤਰ੍ਹਾਂ ਨਿਹਰਾ ਉਚਾਰਨ ਕਰਨ ਨਾਲ ਮੇਰਾ ਮਾਲਕ ਪ੍ਰਮਾਤਮਾ ਪਰਮੇਸ਼ਰ ਜਿਹੜਾ ਪ੍ਰਸੰਨ ਨਹੀਂ ਹੁੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ,
ਨਾਵ ਛੇ ਖੱਟ ਬੋਲਹਿ ਮੁਖ ਆਗਰ, ਮੇਰਾ ਹਰ ਪ੍ਰਭ ਇਵ ਨਾ ਪਤੀਨੇ। ਤੇ ਫਿਰ ਮਹਾਰਾਜ ਜੀ ਅਗਲੀ ਪੰਕਤੀ 'ਚ ਜਵਾਬ ਦਿੰਦੇ ਆ ਵੀ ਉਹ ਪ੍ਰਸੰਨ ਕਿਵੇਂ ਹੁੰਦਾ ਏ। ਤੇ ਮਹਾਰਾਜ ਜੀ ਕਹਿੰਦੇ ਜਨ ਨਾਨਕ ਹਰਿ ਹਿਰਦੈ ਸਦ ਧਿਆਵੋ। ਹਿਰਦੈ ਸਦ ਧਿਆਵੋ ਕਿਹਾ ਮਹਾਰਾਜ ਜੀ ਨੇ। ਜਨ ਨਾਨਕ ਹਰਿ ਹਿਰਦੈ ਸਦ ਧਿਆਵੋ, ਇਉਂ ਹਰ ਪ੍ਰਭ ਮੇਰਾ ਭੀਨੇ। ਮਾਲਕ ਦੀ ਦਰਗਾਹ ਦੇ ਵਿੱਚ ਕਿਵੇਂ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ, ਸਤਿਗੁਰੂ ਅਮਰਦਾਸ ਮਹਾਰਾਜ ਜੀ ਵੀ ਬਖਸ਼ਿਸ਼ ਕਰਦੇ ਨੇ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ। ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ। ਸੋ ਸਾਨੂੰ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਹਨਾਂ ਪਵਿੱਤਰ ਬਚਨਾਂ ਤੋਂ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਮਹਾਨ ਸਿੱਖਿਆਵਾਂ ਤੋਂ ਸਿੱਖਿਆ ਲੈ ਕੇ ਸਿਮਰਨ ਕਰਨ, ਬਾਣੀ ਪੜ੍ਹਨ, ਕੀਰਤਨ ਕਰਨ, ਸੁਣਨ ਸਮੇਂ ਸਾਵਧਾਨ ਇਕਾਗਰ ਚੀਤ ਹੋ ਕੇ ਜਿਹੜੀ ਆ ਹਾਜ਼ਰੀ ਤੇ ਹਜ਼ੂਰੀ ਦੋਵਾਂ ਨੂੰ ਸ਼ਾਮਲ ਕਰਕੇ ਲਾਹਾ ਲੈਣਾ ਚਾਹੀਦਾ ਹੈ। ਤਨ ਕਰਕੇ ਵੀ ਅਤੇ ਮਨ ਕਰਕੇ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਦੇਵਾਂਗੇ ਤੇ ਸਤਿਗੁਰੂ ਜੀ ਦੀ ਫਿਰ ਪ੍ਰਸੰਨਤਾ ਹੋਏਗੀ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਦੇ ਪਾਵਨ ਬਚਨ ਜਿਹੜੇ ਸਾਡੇ ਹਿਰਦੇ ਵਿੱਚ ਵਸਣ। ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ ਵਾਲੇ ਸਤਿਗੁਰਾਂ ਜੀ ਦੀ ਇਹ ਮਹਾਨ ਰਮਜ ਨੂੰ ਪਛਾਣ ਕੇ ਤੇ ਅਸੀਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਤਨ ਅਤੇ ਮਨ ਕਰਕੇ ਹਾਜ਼ਰੀ ਭਰ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨਾਲ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸਾਧ ਸੰਗਤ ਜੀ, ਗਲਤੀਆਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।